Hi, today we'll talk about Duolingo test. What exactly it is? ਇਹ ਟੈਸਟ ਕੀ ਆ ਕਿੱਦਾਂ ਹੁੰਦਾ ਵਾ ਸਿੰਪਲ ਸਧਾਰਨ ਸ਼ਬਦਾਂ ਦੇ ਵਿੱਚ ਕਿ ਤੁਹਾਡੀ ਅੰਗਰੇਜ਼ੀ ਨੂੰ ਮਾਪਣ ਦਾ ਇਹ ਟੈਸਟ ਹੈ। ਅਸੀਂ ਵੀ ਕੋਈ ਵੀ ਕੰਮ ਕਰਦੇ ਆ, ਕੰਮ ਕਰਨ ਤੋਂ ਬਾਅਦ ਰਿਜ਼ਲਟ ਦੀ ਵਾਰੀ ਆਉਂਦੀ ਹੈ। ਤੁਸੀਂ ਅੱਜ 12-15 ਸਾਲ ਲਗਾ ਕੇ ਪੜ੍ਹਾਈ ਕੀਤੀ ਹੈ, ਕਿਸੇ ਨੇ 12ਵੀਂ ਕੀਤੀ ਹੈ, ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ। ਇਹ 12-15 ਸਾਲ ਦੇ ਵਿੱਚ ਜੋ ਤੁਸੀਂ ਅੰਗਰੇਜ਼ੀ ਦੇ ਵਿੱਚ ਸਿੱਖਿਆ, ਅੱਜ ਅਸੀਂ ਉਸ ਅੰਗਰੇਜ਼ੀ ਦੇ ਟੈਸਟ ਦੀ ਗੱਲ ਕਰਦੇ ਪਏ। ਅੰਗਰੇਜ਼ੀ ਦਾ ਅੱਜ ਟੈਸਟ ਹੋਏਗਾ ਤੁਹਾਡਾ। ਇਹ ਟੈਸਟ ਕਿੱਦਾਂ ਹੋਏਗਾ? ਅੰਗਰੇਜ਼ੀ ਦੇ ਵਿੱਚ ਕੁਝ ਚੰਦ ਲਾਈਨਾਂ ਲਿਖੀਆਂ ਹੋਣਗੀਆਂ ਜਿਨ੍ਹਾਂ ਦੇ ਤੁਸੀਂ ਜਵਾਬ ਦੇਣੇ ਹੈ। ਤੁਹਾਡੇ ਕੋਲੋਂ ਕੁਝ ਚੀਜ਼ਾਂ ਲਿਖਣ ਵਾਸਤੇ ਕਿਹਾ ਜਾਏਗਾ, ਤੁਹਾਡੇ ਕੋਲੋਂ ਕੋਈ ਚੀਜ਼ਾਂ ਬੋਲਣ ਵਾਸਤੇ ਕਿਹਾ ਜਾਏਗਾ, ਕੁਝ ਚੀਜ਼ਾਂ ਤੁਹਾਨੂੰ ਸੁਣਾਈਆਂ ਜਾਣਗੀਆਂ। ਜਿੱਦਾਂ ਅਸੀਂ ਆਇਲਸ ਦੇ ਟੈਸਟ ਦੇ ਵਿੱਚ ਦੇਖਦੇ ਹਾਂ ਕਿ 4 ਮੋਡਿਊਲ ਹੁੰਦੇ ਆ, ਉਸੇ ਤਰੀਕੇ ਨਾਲ ਇਹ ਵੀ ਟੈਸਟ 4 ਮੋਡਿਊਲ ਦੇ ਵਿੱਚ ਹੀ ਵੰਡਿਆ ਗਿਆ ਵਾ। 1 ਘੰਟੇ ਦਾ ਸਮਾਂ ਮਿਲਣਾ ਵਾ ਤੁਹਾਨੂੰ। 1 ਘੰਟੇ ਦੇ ਵਿੱਚ ਤੁਸੀਂ ਲਿਸਨਿੰਗ ਵੀ ਕਰਨੀ ਹੈ, ਰੀਡਿੰਗ ਵੀ ਕਰਨੀ ਹੈ, ਰਾਈਟਿੰਗ ਵੀ ਕਰਨੀ ਹੈ ਔਰ ਸਪੀਕਿੰਗ ਵੀ ਕਰਨੀ ਹੈ। ਹਾਂ, ਇੱਥੇ ਜਿਹੜੀ ਰਾਈਟਿੰਗ ਕਰਨੀ ਹੈ ਪੈਨ ਦੇ ਨਾਲ ਨਹੀਂ ਲਿਖਣਾ, ਤੁਸੀਂ ਟਾਈਪ ਕਰਨਾ ਵਾ। ਇਸ ਕਰਕੇ ਸਧਾਰਨ ਜੀ ਟਾਈਪਿੰਗ ਦੀ ਸਪੀਡ ਚਾਹੀਦੀ ਹੈ, ਵੀ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਫਾਸਟ ਹੋਵੋ। 1 ਘੰਟੇ ਦਾ ਇਹ ਟੈਸਟ ਹੈ। ਕਰਨ ਵਾਲੇ ਇਹਨੂੰ 40-45 ਮਿੰਟ ਦੇ ਵਿੱਚ ਕਰ ਲੈਂਦੇ ਆ। ਇਹ ਟੈਸਟ ਕਰਨ ਵਾਸਤੇ ਕਿਹੜੀਆਂ ਹਦਾਇਤਾਂ ਤੁਹਾਨੂੰ ਦਿੱਤੀਆਂ ਗਈਆਂ ਜਿਹੜੀਆਂ ਤੁਸੀਂ ਖਿਆਲ ਰੱਖਣਾ। ਸਭ ਤੋਂ ਪਹਿਲਾਂ ਜਦੋਂ ਇਹ ਟੈਸਟ ਦੇਣਾ, ਤੁਸੀਂ ਕਮਰੇ ਦੇ ਵਿੱਚ ਬੈਠ ਕੇ ਦੇਣਾ। ਤੁਸੀਂ ਆਪਣੇ ਘਰ ਦੇ ਕਿਸੇ ਕਮਰੇ ਦੇ ਵਿੱਚ ਹੋਵੋ ਔਰ ਉਸ ਕਮਰੇ ਦੇ ਵਿੱਚ ਹੋਰ ਕੋਈ ਨਹੀਂ ਹੋਣਾ ਚਾਹੀਦਾ। ਇੰਟਰਨੈਟ ਦਾ ਕਨੈਕਸ਼ਨ ਤੁਹਾਡੇ ਕੋਲ ਫਾਸਟ ਹੋਣਾ ਚਾਹੀਦਾ। ਇੰਟਰਨੈਟ ਦੇ ਕਨੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਦੋਂ ਇਹ ਟੈਸਟ ਸ਼ੁਰੂ ਹੋ ਗਿਆ, ਤੁਸੀਂ ਜਿਹੜੀ ਟੈਸਟ ਦੀ ਵਿੰਡੋ ਉਹੀ ਖੋਲ ਕੇ ਰੱਖਣੀ, ਹੋਰ ਕੋਈ ਵਿੰਡੋ ਇਹਦੇ ਨਾਲ ਨਹੀਂ ਖੋਲ ਸਕਦੇ। ਤੁਹਾਡੇ ਨਾਲ ਇਸ ਟੈਸਟ ਦੇ ਦੌਰਾਨ ਕੋਈ ਵੀ ਨਹੀਂ ਹੋਣਾ ਚਾਹੀਦਾ। ਇਹ ਟੈਸਟ ਜਦੋਂ ਹੋਣਾ ਵਾ, ਤੁਹਾਡੇ ਕੋਲ ਲੈਪਟਾਪ ਜਾਂ ਕੰਪਿਊਟਰ ਦੇ ਉੱਤੇ ਟੈਸਟ ਹੋਣਾ ਔਰ ਉਹਦੇ ਉੱਤੇ ਕੈਮਰਾ ਚੱਲਦਾ ਹੋਏਗਾ। ਨਾਲ ਦੀ ਨਾਲ ਜਿੰਨੀ ਦੇਰ ਟੈਸਟ ਹੋਏਗਾ ਤੁਹਾਡੀ ਰਿਕਾਰਡਿੰਗ ਹੋਏਗੀ। ਜਦੋਂ ਟੈਸਟ ਖਤਮ ਹੋ ਜਾਂਦਾ, ਟੈਸਟ ਖਤਮ ਹੋਣ ਤੋਂ ਬਾਅਦ ਐਗਜ਼ਾਮੀਨਰ ਇਹ ਦੇਖੇਗਾ, ਸੁਪਰਵਾਈਜ਼ਰ ਇਹ ਦੇਖੇਗਾ ਕਿ ਤੁਸੀਂ ਟੈਸਟ ਦੇ ਵਿੱਚ ਕਿਸੇ ਨਾਲ ਗੱਲਾਂ ਤਾਂ ਨਹੀਂ ਕੀਤੀਆਂ, ਤੁਸੀਂ ਕੋਈ ਚੀਟਿੰਗ ਜਾਂ ਕੋਈ ਨਕਲ ਮਾਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ। ਫਿਰ 2 ਦਿਨ ਬਾਅਦ ਤੁਹਾਡਾ ਟੈਸਟ ਦਾ ਰਿਜ਼ਲਟ ਆਏਗਾ। ਕਿਹੜੀਆਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ? ਸਭ ਤੋਂ ਪਹਿਲਾਂ ਤੁਹਾਡੇ ਕੰਨਾਂ ਦੇ ਵਿੱਚ ਕੋਈ ਵੀ ਇੰਸਟਰੂਮੈਂਟ ਨਹੀਂ ਲੱਗਾ ਹੋਣਾ ਚਾਹੀਦਾ। ਤੁਹਾਡੇ ਕੰਨਾਂ ਦੇ ਵਿੱਚ ਕੋਈ ਵੀ ਏਅਰਫੋਨ ਦੇ ਮਾਈਕ੍ਰੋਫੋਨ ਨਹੀਂ ਹੋਣਾ ਚਾਹੀਦਾ, ਏਅਰਫੋਨ ਨਹੀਂ ਹੋਣਾ ਚਾਹੀਦਾ, ਹੈੱਡਫੋਨ ਨਹੀਂ ਹੋਣੇ ਚਾਹੀਦੇ। ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ। ਇਹ ਟੈਸਟ ਦੇਣ ਵਾਸਤੇ ਤੁਹਾਡੇ ਕੋਲ ਓਰੀਜਨਲ ਆਈਡੀ ਹੋਣੀ ਚਾਹੀਦੀ ਹੈ। ਆਪਣੀ ਆਈਡੀ ਦੇ ਵਿੱਚ ਕੀ ਮਨਜ਼ੂਰ ਹੈ? ਤੁਸੀਂ ਡਰਾਈਵਿੰਗ ਲਾਇਸੈਂਸ ਓਰੀਜਨਲ ਤੁਸੀਂ ਇੱਧਰ ਦਿਖਾਣਾ ਵਾ ਸਕਰੀਨ ਦੇ ਉੱਤੇ ਕਿ ਆ ਮੇਰਾ ਡਰਾਈਵਿੰਗ ਲਾਇਸੈਂਸ ਹੈ। ਤੁਸੀਂ ਡਰਾਈਵਿੰਗ ਲਾਇਸੈਂਸ ਦਿਖਾ ਸਕਦੇ ਹੋ। ਤੁਸੀਂ ਪਾਸਪੋਰਟ ਦੇ ਬੇਸ ਤੇ ਟੈਸਟ ਦੇ ਸਕਦੇ ਹੋ। ਤੁਸੀਂ ਕੋਈ ਵੀ ਸਰਕਾਰੀ ਆਈਡੀ ਜਿਹਦੇ 'ਚ ਆਧਾਰ ਕਾਰਡ ਹੈ, ਪੈਨ ਕਾਰਡ ਹੈ, ਇੱਦਾਂ ਦੀ ਕੋਈ ਵੀ ਆਈਡੀ ਦੇ ਨਾਲ ਵੀ ਤੁਸੀਂ ਇਹ ਟੈਸਟ ਦੇ ਸਕਦੇ ਹੋ। ਇਹ ਟੈਸਟ ਕਿੱਦਾਂ ਅੱਗੇ ਚੱਲੇਗਾ, ਕਿਹੜੇ ਪੈਟਰਨ ਦਾ ਖਿਆਲ ਰੱਖਿਆ ਜਾਏਗਾ, ਇਹ ਸਾਰੀਆਂ ਚੀਜ਼ਾਂ ਤੁਹਾਨੂੰ 1 ਬਾਈ 1 ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਕਿਹੜਾ ਕੁਐਸਚਨ ਆਏਗਾ, ਕਿਹੜੇ ਮੋਡਿਊਲ ਦੇ ਵਿੱਚੋਂ ਕਿੱਦਾਂ ਨਿਕਲਣਾ। ਆਓ ਇਹ ਸਾਰਾ ਸੈਂਪਲ ਟੈਸਟ ਦੇਖਦੇ ਹਾਂ। ਇਹ ਟੈਸਟ ਨੂੰ ਜਦੋਂ ਤੁਸੀਂ ਪ੍ਰਿਪੇਅਰ ਕਰ ਲੋਗੇ, ਇਹਦੇ ਤੋਂ 2 ਦਿਨ ਬਾਅਦ ਤੁਹਾਡੇ ਰਜਿਸਟਰਡ ਈਮੇਲ ਆਈਡੀ ਦੇ ਉੱਤੇ ਇਸ ਟੈਸਟ ਦਾ ਰਿਜ਼ਲਟ ਆਏਗਾ। ਉਹ ਰਿਜ਼ਲਟ ਤੁਸੀਂ ਕਿਸੇ ਵੀ ਕਾਲਜ ਯੂਨੀਵਰਸਿਟੀ ਨੂੰ ਭੇਜਣਾ ਹੋਵੇ, ਤੁਸੀਂ ਇਸ ਟੈਸਟ ਦੀ ਆਪਣੀ ਸਾਈਟ ਤੇ ਜਾ ਕੇ ਲੌਗਇਨ ਕਰਕੇ ਆਪਣਾ ਟੈਸਟ ਡਾਇਰੈਕਟ ਤੁਸੀਂ ਕਾਲਜ ਔਰ ਯੂਨੀਵਰਸਿਟੀ ਨੂੰ ਭੇਜ ਸਕਦੇ ਜੀ। ਆਓ ਦੇਖਦੇ ਹਾਂ ਕਿੱਦਾਂ ਦੇ ਸਵਾਲ ਆਉਂਦੇ ਆ ਔਰ ਕਿੱਦਾਂ ਇਹਨਾਂ ਸਵਾਲਾਂ ਦੇ ਜਵਾਬ ਦੇਈਦਾ ਜੀ। ਆਓ ਦੇਖਦੇ। ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਡੁਓਲਿੰਗੋ ਟੈਸਟ ਟੋਟਲ ਜਿਹੜਾ ਟਾਈਮ ਹੈ ਇਹਦਾ ਉਹ 60 ਮਿੰਟ ਦਾ ਵਾ। 1 ਘੰਟੇ ਦੇ ਵਿੱਚ ਤੁਸੀਂ ਇਹ ਟੈਸਟ ਕੰਪਲੀਟ ਕਰਨਾ ਔਰ ਇਸ ਟੈਸਟ ਦੇ ਵਿੱਚ ਟੋਟਲ 13 ਤਰ੍ਹਾਂ ਦੇ ਤੁਹਾਨੂੰ ਸਵਾਲ ਪੁੱਛੇ ਜਾਣਗੇ। ਡਿਟੇਲ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਟੋਟਲ 13 ਟਾਈਪਸ ਨੇ। ਜੇ ਪਹਿਲੀ ਟਾਈਪ ਦੀ ਗੱਲ ਕਰਾਂਗੇ, ਪਹਿਲਾ ਜਿਹੜਾ ਕੁਐਸਚਨ ਤੁਹਾਨੂੰ ਆਉਂਦਾ ਵਾ ਉਹ ਇਸ ਤਰੀਕੇ ਨਾਲ ਆਉਂਦਾ ਕਿ ਟਾਈਪ ਦਾ ਮਿਸਿੰਗ ਲੈਟਰ ਟੂ ਕੰਪਲੀਟ ਦਾ ਟੈਕਸਟ ਬਿਲੋ। ਤੁਸੀਂ ਮਿਸਿੰਗ ਲੈਟਰ ਲੱਭਣਾ ਵਾ ਜਿਹੜਾ ਟੈਕਸਟ ਲਿਖਿਆ ਹੋਇਆ ਵਾ ਇੱਥੇ। ਜਿੱਦਾਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਟੈਕਸਟ ਵੀ ਨਜ਼ਰ ਆ ਰਿਹਾ। ਇਹ ਟੈਕਸਟ ਦੇ ਵਿੱਚ ਤੁਹਾਨੂੰ ਕੁਝ ਮਿਸਿੰਗ ਵਰਡ ਮਿਲਦੇ ਪਏ ਆ। ਫਿਲਿੰਗ ਦਾ ਬਲੈਂਕਸ ਵਾਂਗੂ ਹੈ, ਤੁਹਾਨੂੰ ਇਹ ਮਿਸਿੰਗ ਵਰਡ ਲੱਭਣੇ ਪੈਣੇ ਆ ਔਰ ਉਹ ਲਿਖਣੇ ਪੈਣੇ ਆ। ਇਹ ਪਹਿਲਾ ਕੁਐਸਚਨ ਕਰਨ ਲਈ ਤੁਹਾਨੂੰ 3 ਮਿੰਟ ਦਾ ਟਾਈਮ ਮਿਲਦਾ। ਜਿੱਦਾਂ ਕਿ ਕੁਐਸਚਨ ਕੀ ਆਪਾਂ ਪੜ੍ਹਦੇ ਹਾਂ, the weather is beautiful today, the sun is warm, many people are outside playing, reading and enjoying the sun,
The trees are green and are red and yellow flowers in the park. We all are happy because May is here. ਹੁਣ ਆਨਸਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ, ਇਸੇ ਤਰੀਕੇ ਨਾਲ ਉੱਪਰ ਤੁਹਾਨੂੰ ਲੈਟਰਸ ਦਿੱਤੇ ਹੋਏ ਆ ਜਿਨ੍ਹਾਂ ਦੇ ਵਿੱਚ ਬਲੈਂਕ ਛੱਡੇ ਹੋਏ ਆ ਕੁਝ ਇੱਕ ਵਰਡ। ਤੁਹਾਨੂੰ ਇਹ ਲੈਟਰ ਕੰਪਲੀਟ ਕਰਨੇ ਆ ਔਰ ਇਹਦੇ ਬੇਸ ਦੇ ਉੱਤੇ ਤੁਹਾਡੀ ਮਾਰਕਿੰਗ ਹੋਏਗੀ। ਇਸੇ ਤਰ੍ਹਾਂ ਹੁਣ ਅਸੀਂ ਚੱਲਦੇ ਹਾਂ ਦੂਸਰੇ ਕੁਐਸਚਨ ਦੇ ਉੱਤੇ। ਦੂਸਰਾ ਟਾਈਪ ਕੀ ਆ? ਸਿਲੈਕਟ ਦਾ ਰੀਅਲ ਇੰਗਲਿਸ਼ ਵਰਡਸ ਇਨ ਦਾ ਲਿਸਟ। ਤੁਹਾਨੂੰ ਥੱਲੇ ਇੱਥੇ 9 ਤਰ੍ਹਾਂ ਦੇ ਵਰਡ ਦਿੱਤੇ ਗਏ ਆ। ਇਹ 9 ਵਰਡਸ ਨੇ, ਤੁਸੀਂ ਇਹ ਦੱਸਣਾ ਵਾ ਕਿ ਇਹ ਅੰਗਰੇਜ਼ੀ ਦੇ ਵਰਡ ਹੈਗੇ ਨੇ ਜਾਂ ਨਹੀਂ ਹੈਗੇ। ਅਸਲ ਦੇ ਵਿੱਚ ਕੀ ਹੁੰਦਾ, ਕਈ ਅਸੀਂ ਅੰਗਰੇਜ਼ੀ ਦਾ ਵਰਡ ਕਈ ਵਾਰੀ ਬੋਲ ਲੈਂਦੇ ਆ ਬਟ ਉਹਨਾਂ ਵਰਡਸ ਦਾ ਕੋਈ ਮਤਲਬ ਨਹੀਂ ਹੁੰਦਾ। ਤੁਹਾਨੂੰ ਸਾਹਮਣੇ ਸਕਰੀਨ ਤੇ 9 ਤਰ੍ਹਾਂ ਦੇ ਵਰਡਸ ਨਜ਼ਰ ਆਣਗੇ। ਤੁਸੀਂ ਇਹਨੂੰ ਵਰਡ ਨੂੰ ਪ੍ਰੈਸ ਕਰੋਗੇ ਤਾਂ ਇਹਦੇ ਵਿੱਚੋਂ ਆਵਾਜ਼ ਆਏਗੀ। ਇਹ ਬੇਸਿਕਲੀ ਲਿਸਨਿੰਗ ਦਾ ਪਾਰਟ ਹੈ ਤੁਹਾਡਾ। ਇਹ ਟਾਈਪ 2 ਕੁਐਸਚਨ ਹੈ। ਤੁਸੀਂ 9 ਦੇ 9 ਵਰਡਸ ਨੂੰ ਪ੍ਰੈਸ ਕਰਕੇ ਦੇਖੋਗੇ, ਜਿਹੜੇ ਵਰਡ ਦੇ ਵਿੱਚੋਂ ਤੁਹਾਨੂੰ ਆਵਾਜ਼ ਆਏਗੀ ਉਹ ਆਵਾਜ਼ ਤੁਸੀਂ ਸੁਣੋਗੇ, ਤੁਹਾਨੂੰ ਲੱਗਦਾ ਹੈ ਇਹ ਵਰਡ ਸਹੀ ਹੈ, ਤੁਸੀਂ ਉਹਦੇ ਅੱਗੇ ਟਿਕ ਮਾਰਕ ਹੈ ਉਹਨੂੰ ਦੱਬ ਦਿਓਗੇ। ਤੁਹਾਨੂੰ ਲੱਗਦਾ ਇਹ ਗਲਤ ਹੈ, ਤੁਸੀਂ ਉਹਨੂੰ ਖਾਲੀ ਛੱਡ ਦਿਓਗੇ। ਇਹ ਸਵਾਲ ਕਰਨ ਵਾਸਤੇ ਤੁਹਾਨੂੰ 1 ਮਿੰਟ ਔਰ 30 ਸਕਿੰਟ ਦਾ ਟਾਈਮ ਮਿਲਦਾ। ਟੋਟਲ 1.5 ਮਿੰਟ ਦੇ ਵਿੱਚ ਤੁਸੀਂ ਇਹ 9 ਸਵਾਲ ਖਤਮ ਕਰਨੇ ਆ। ਅਗਲਾ ਜਿਹੜਾ ਪਾਰਟ ਆ ਜਾਂਦਾ ਜੀ ਟਾਈਪ 3। ਟਾਈਪ 3 20 ਸੈਕਿੰਡ ਦਾ ਕੁਐਸਚਨ ਹੈ। ਇਹਦੇ ਵਿੱਚ ਦੱਸਿਆ ਗਿਆ ਰਿਕਾਰਡ ਯੂਅਰਸੈਲਫ ਸੇਇੰਗ ਦਾ ਸਟੇਟਮੈਂਟ ਬਿਲੋ। ਕੁਝ ਇੱਕ ਲਾਈਨਾਂ ਅੰਗਰੇਜ਼ੀ ਦੀਆਂ ਲਿਖੀਆਂ ਵਾ, ਇਹ ਲਾਈਨਾਂ ਤੁਸੀਂ ਬੋਲਣੀਆਂ ਵਾ, ਪੜ੍ਹਨੀਆਂ ਵਾ, ਪੜ੍ਹ ਕੇ ਤੁਸੀਂ ਬੋਲਣੀਆਂ ਵਾ। ਜਿੱਦਾਂ ਇੱਥੇ ਲਿਖਿਆ ਹੋਇਆ ਵਾਈ ਆਰ ਯੂ ਇਗਨੋਰਿੰਗ ਮੀ, ਵਾਈ ਆਰ ਯੂ ਇਗਨੋਰਿੰਗ ਮੀ। 20 ਸਕਿੰਟ ਦੇ ਵਿੱਚ ਤੁਸੀਂ ਇਹ ਲਾਈਨ ਬੋਲਣੀ ਹੈ। ਜਦੋਂ ਤੁਸੀਂ ਇਹ ਲਾਈਨ ਬੋਲੋਗੇ ਲਾਈਨ ਸਿਸਟਮ ਦੇ ਵਿੱਚ ਕੈਪਚਰ ਹੋ ਜਾਏਗੀ। 20 ਸਕਿੰਟ ਦਾ ਇਹ ਸਵਾਲ ਹੈ। ਇਸ ਤੋਂ ਬਾਅਦ ਚੌਥੀ ਤਰ੍ਹਾਂ ਦਾ ਸਵਾਲ ਹੈ ਟਾਈਪ 4 ਦੀ ਅਸੀਂ ਗੱਲ ਕਰਦੇ ਪਏ ਹਾਂ। ਟਾਈਪ 4 ਦੇ ਵਿੱਚ ਤੁਹਾਨੂੰ 1 ਮਿੰਟ ਮਿਲ ਰਿਹਾ ਵਾ। ਤੁਹਾਨੂੰ ਅੰਗਰੇਜ਼ੀ ਦੇ ਕੁਝ ਇੱਕ ਵਰਡ ਦਿੱਤੇ ਗਏ ਆ, ਤੁਸੀਂ ਇਹਦੇ ਚੋਂ ਲਿਖਣਾ ਕੀ ਹੈ? ਸਿਲੈਕਟ ਦਾ ਰੀਅਲ ਇੰਗਲਿਸ਼ ਵਰਡ ਇਨ ਦਾ ਲਿਸਟ। ਉੱਪਰਲੇ ਸੈਕਸ਼ਨ ਦੇ ਵਿੱਚ ਤੁਹਾਨੂੰ ਆਵਾਜ਼ਾਂ ਸੁਣਾਈਆਂ ਗਈਆਂ ਸੀ, ਇੱਥੇ ਤੁਹਾਡੇ ਸਾਹਮਣੇ ਵਰਡਸ ਲਿਖੇ ਗਏ ਆ। ਤੁਸੀਂ ਦੱਸਣਾ ਵਾ ਕਿ ਇਹਨਾਂ ਦੇ ਵਿੱਚ ਕਿਹੜੇ ਅੰਗਰੇਜ਼ੀ ਦੇ ਵਰਡ ਸਹੀ ਨੇ। ਜਿੱਦਾਂ ਇੱਥੇ ਵਰਡਸ ਦਿੱਤੇ ਗਏ ਆ ਔਰ ਉਹਦੇ ਨਾਲ ਥੱਲੇ ਮੈਂ ਤੁਹਾਨੂੰ ਆਨਸਰ ਵੀ ਲਿਖ ਕੇ ਦਿੱਤਾ ਵੀ ਕਿਹੜੇ ਵਰਡ ਅੰਗਰੇਜ਼ੀ ਦੇ ਹੁੰਦੇ ਆ। ਇਹ ਸਾਰੇ ਵਰਡਸ ਤੁਹਾਨੂੰ ਲੱਗਦਾ ਜਿਹੜੇ ਸਹੀ ਵਰਡਸ ਨੇ ਉਹਨੂੰ ਤੁਸੀਂ ਕਲਿੱਕ ਕਰ ਦਿਓਗੇ, ਤੁਹਾਨੂੰ ਲੱਗਦਾ ਜਿਹੜੇ ਵਰਡ ਗਲਤ ਨੇ ਉਹਨਾਂ ਨੂੰ ਤੁਸੀਂ ਛੱਡ ਦਿਓਗੇ। 1 ਮਿੰਟ ਦਾ ਤੁਹਾਨੂੰ ਸਮਾਂ ਮਿਲਦਾ ਵਾ ਇਸ ਸਵਾਲ ਵਾਸਤੇ। ਲਓ ਜੀ, ਹੁਣ ਅਸੀਂ ਆ ਗਏ ਹਾਂ ਟਾਈਪ 5, 5ਵੀਂ ਤਰ੍ਹਾਂ ਦਾ ਸਵਾਲ। 15 ਸਕਿੰਟ ਦਾ ਇਹ ਸਵਾਲ ਹੈ। ਸਪੀਕ ਦਾ ਇੰਗਲਿਸ਼ ਵਰਡ ਫॉर ਈਚ ਇਮੇਜ ਐਟ ਇਟ ਅਪੀਅਰਸ। ਯੂ ਵਿਲ ਹੈਵ 3 ਸੈਕਿੰਡਸ ਪਰ ਇਮੇਜ। ਤੁਹਾਨੂੰ 3 ਸਕਿੰਟ ਦਿੱਤੇ ਜਾਣਗੇ ਇੱਕ ਇਮੇਜ ਨੂੰ ਦੇਖ ਕੇ ਉਹਦੇ ਬਾਰੇ ਬੋਲਣ ਵਾਸਤੇ। ਸਪੀਕ ਦਾ ਇੰਗਲਿਸ਼ ਵਰਡ ਫॉर ਈਚ ਇਮੇਜ। ਤੁਸੀਂ ਟਾਈਮ ਮੈਨੇਜ ਕਰਨਾ ਵਾ। 15 ਸਕਿੰਟ ਦਾ ਤੁਹਾਨੂੰ ਟਾਈਮ ਦਿੱਤਾ ਜਾ ਰਿਹਾ। 15 ਸਕਿੰਟ 'ਚ ਤੁਹਾਨੂੰ 5 ਫੋਟੋਆਂ ਦਿਖਾਈਆਂ ਜਾਣਗੀਆਂ। ਤੁਸੀਂ ਉਹ ਜਿੱਦਾਂ ਹੀ ਫੋਟੋ ਦੇਖਦੇ ਹੋ ਉਹਦੇ ਬਾਰੇ ਬੋਲਣਾ। ਸਭ ਤੋਂ ਪਹਿਲੀ ਫੋਟੋ ਸਾਡੇ ਸਾਹਮਣੇ ਜਿਹੜੀ ਆ ਰਹੀ ਹੈ ਹੈਲੀਕਾਪਟਰ ਦੀ। ਜਿੱਦਾਂ ਹੀ ਤੁਸੀਂ ਦੇਖਿਆ ਤੁਸੀਂ ਇਹਨੂੰ ਹੈਲੀਕਾਪਟਰ ਬੋਲੋਗੇ। ਸਪੀਕ ਦਾ ਇੰਗਲਿਸ਼ ਵਰਡ ਫॉर ਈਚ ਇਮੇਜ। ਅਗਲੀ ਦੇ ਵਿੱਚ ਤੁਹਾਨੂੰ ਸੇਬ ਦਿਖਾਇਆ ਗਿਆ, ਤੁਸੀਂ ਇਹਨੂੰ ਐਪਲ ਬੋਲੋਗੇ। ਉਸ ਤੋਂ ਬਾਅਦ ਹਾਰਸ ਹੈ, ਫਿਰ ਸਟੇਅਰਸ ਹੈ, ਫਿਰ ਟਾਈ ਦਿਖਾਈ ਗਈ ਹੈ ਤੁਹਾਨੂੰ, ਫਿਰ ਤੁਹਾਨੂੰ ਇੱਟਾਂ ਦੀ ਕੰਧ ਦਿਖਾਈ ਗਈ ਹੈ। ਇਸ ਤਰੀਕੇ ਨਾਲ ਤੁਹਾਡਾ 5ਵਾਂ ਸਵਾਲ ਕੰਪਲੀਟ ਹੋ ਜਾਂਦਾ। ਹੁਣ ਅਸੀਂ ਆਨੇ ਆ ਟਾਈਪ 6 ਦੇ ਉੱਤੇ। 1 ਮਿੰਟ ਦਾ ਟਾਈਪ 6 ਸਵਾਲ ਹੈ। ਇਹਦੇ ਵਿੱਚ ਕੀ ਲਿਖਿਆ ਗਿਆ? ਰਾਈਟ 1 or more sentence that describe the image। ਤੁਸੀਂ ਸੈਂਟੈਂਸ ਲਿਖਣਾ ਵਾ। ਤੁਹਾਨੂੰ ਇਸ ਫੋਟੋ ਦੇ ਵਿੱਚ ਕੀ ਨਜ਼ਰ ਆ ਰਿਹਾ ਵਾ? ਤੁਸੀਂ ਫੋਟੋ ਦੇਖੋ। ਇਸ ਫੋਟੋ ਦੇ ਸਾਹਮਣੇ ਇੱਕ ਬਾਕਸ ਦਿੱਤਾ ਗਿਆ ਵਾ। 1 ਮਿੰਟ ਦੇ ਵਿੱਚ ਤੁਸੀਂ ਇੱਕ ਸੈਂਟੈਂਸ ਦੇ ਵਿੱਚ ਲਿਖਣਾ ਕਿ ਇਹ ਫੋਟੋ 'ਚ ਕੀ ਨਜ਼ਰ ਆ ਰਿਹਾ। ਹੁਣ ਇਸ ਫੋਟੋ 'ਚ ਕੀ ਨਜ਼ਰ ਆ ਰਿਹਾ? The picture here describes the man and woman engaged deeply talking with each other
whereas it can be seen that the man is holding a puppy in his hand while a girl child is standing next to them. ਫੋਟੋ 'ਚ ਜੋ ਨਜ਼ਰ ਆ ਰਿਹਾ ਤੁਸੀਂ ਉਹ ਆਪਣੇ ਰਿਸਪੌਂਸ ਬਾਕਸ ਦੇ ਵਿੱਚ ਲਿਖਣਾ ਹੈ। ਇਸੇ ਤਰੀਕੇ ਨਾਲ ਦੂਸਰੀ ਇਮੇਜ ਤੁਹਾਨੂੰ ਦਿਖਾ ਰਹੇ ਹਾਂ। ਦੂਸਰੀ ਇਮੇਜ ਤੁਸੀਂ ਦੇਖੋ, ਇਹ ਇੱਕ ਹੈਲੀਕਾਪਟਰ ਦੀ ਇਮੇਜ ਹੈ। The picture illustrates a brave man is helping two victims while it seems that he is trying to save their lives and rescue them, as one of them is held in his arms and the other one is stepping out from the helicopter. helicopter ਚੋਂ ਕਿਸੇ ਨੂੰ ਬਾਹਰ ਕੱਢਿਆ ਜਾ ਰਿਹਾ, ਉਹ ਤੁਹਾਨੂੰ ਇੱਕ ਫੋਟੋ 'ਚ ਦਿਖਾਇਆ ਔਰ ਤੁਸੀਂ ਇਹ ਲਿਖਣਾ ਵਾ। ਇਸੇ ਤਰੀਕੇ ਨਾਲ ਇੱਕ ਬੱਚਾ ਨਜ਼ਰ ਆ ਰਿਹਾ ਵਾ ਤੁਹਾਨੂੰ, ਇਹ ਬੱਚਾ ਬਹੁਤ ਗੁੱਸੇ ਦੇ ਵਿੱਚ ਹੈ, ਇਹਦੇ ਬਾਰੇ ਤੁਸੀਂ ਲਿਖਣਾ। The image demonstrates a small angry child shouting. It appears that he is trying to express his emotion and anger. ਬੱਚਾ ਬਹੁਤ ਗੁੱਸੇ ਦੇ ਵਿੱਚ ਹੈ, ਇਹਦੇ ਬਾਰੇ ਤੁਸੀਂ ਲਿਖਣਾ। ਹੁਣ ਸਾਡਾ ਨੈਕਸਟ ਟਾਈਪ ਆ ਜਾਂਦੀ ਹੈ ਟਾਈਪ 7। 7ਵੀਂ ਤਰ੍ਹਾਂ ਦਾ ਸਵਾਲ ਕੀ ਆਂਦਾ ਵਾ, ਇਹ 1 ਮਿੰਟ ਦਾ ਸਵਾਲ ਹੈ। ਟਾਈਪ ਦਾ ਸਟੇਟਮੈਂਟ that you are, ਤੁਹਾਨੂੰ ਇੱਕ ਲਾਈਨ ਸੁਣਾਈ ਜਾਏਗੀ, ਇੱਥੇ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਕੁਝ ਬੋਲਿਆ ਜਾਏਗਾ, ਜੋ ਵੀ ਬੋਲਿਆ ਗਿਆ, ਜੋ ਤੁਸੀਂ ਸੁਣਿਆ, ਉਹ ਤੁਸੀਂ ਇਸ ਟੈਕਸਟ ਬਾਕਸ ਦੇ ਵਿੱਚ ਲਿਖਣਾ। ਆਓ ਦੇਖਦੇ ਹਾਂ ਕੀ ਬੋਲਿਆ ਜਾ ਰਿਹਾ। To me that she was wrong. ਜੀ ਹਾਂ, ਜੋ ਤੁਸੀਂ ਸੁਣਿਆ ਹੁਣ ਤੁਸੀਂ ਇਹਨੂੰ ਇਸ ਰਿਸਪੌਂਸ ਬਾਕਸ ਦੇ ਵਿੱਚ ਲਿਖ ਸਕਦੇ ਜੇ। ਅਗਲਾ ਸਵਾਲ ਹੈ ਜੀ ਟਾਈਪ 8। 8ਵੀਂ ਤਰ੍ਹਾਂ ਦਾ ਸਵਾਲ ਹੈ। 5 ਮਿੰਟ ਮਿਲੂਗੇ ਤੁਹਾਨੂੰ ਇਸ ਸਵਾਲ ਵਾਸਤੇ। ਤੁਹਾਨੂੰ ਇੱਕ ਕੁਐਸਚਨ ਦਿੱਤੀ ਗਈ ਹੈ ਥੱਲੇ, ਰਿਸਪੌਂਡ ਟੂ ਦਾ ਕੁਐਸਚਨ ਇਨ ਐਟਲੀਸਟ 50 ਵਰਡਸ। 5 ਮਿੰਟ ਦੇ ਵਿੱਚ 50 ਸ਼ਬਦਾਂ ਦੇ ਵਿੱਚ ਤੁਸੀਂ ਐਕਸਪਲੇਨ ਕਰਨਾ ਜੋ ਟੌਪਿਕ ਤੁਹਾਨੂੰ ਦਿੱਤਾ ਗਿਆ। ਇਹ ਬੇਸਿਕਲੀ ਰਾਈਟਿੰਗ ਦਾ ਪਾਰਟ ਹੈ। 5 ਮਿੰਟ ਦਾ ਤੁਹਾਨੂੰ ਟਾਈਮ ਮਿਲਦਾ ਪਿਆ, 5 ਮਿੰਟ 'ਚ ਤੁਸੀਂ 50 ਵਰਡ ਲਿਖਣੇ ਆ। ਕੀ ਟੌਪਿਕ ਦਿੱਤਾ ਗਿਆ? ਡੂ ਯੂ ਪ੍ਰੈਫਰ ਰੀਡਿੰਗ ਬੁੱਕਸ ਔਰ ਵਾਚਿੰਗ ਮੂਵੀਜ਼? ਵਾਈ? ਗਿਵ ਅ ਰੀਜ਼ਨ। ਕਿਤੇ ਤੁਸੀਂ ਕਿਤਾਬਾਂ ਪੜ੍ਹਨੀਆਂ ਜਾਂ ਮੂਵੀ ਦੇਖਣੀਆਂ ਕਿਉਂ ਪਸੰਦ ਕਰਦੇ ਹੋ, ਇਹਦਾ ਇੱਕ ਰੀਜ਼ਨ ਦਿਓ। ਹੁਣ ਕਿਤਾਬਾਂ ਪੜ੍ਹਨੀਆਂ ਔਰ ਫਿਲਮਾਂ ਅਸੀਂ ਕਿਉਂ ਦੇਖਦੇ ਹਾਂ, ਉਹਦੇ ਵਾਸਤੇ ਅਸੀਂ 5 ਮਿੰਟ ਲਿਖਣਾ ਵਾ। ਇਹ ਲਿਖ ਦਿਆਂਗੇ, ਸਾਡਾ ਇਹ ਸਵਾਲ ਕੰਪਲੀਟ ਹੋ ਜਾਏਗਾ। ਅਗਲੀ ਟਾਈਪ ਆਂਦੀ ਹੈ ਜੀ ਟਾਈਪ 9। 9ਵੀਂ ਤਰ੍ਹਾਂ ਦਾ ਸਵਾਲ ਹੈ। 20 ਸਕਿੰਟ ਮਿਲਦੇ ਪਏ ਸਵਾਲ ਵਾਸਤੇ। ਕੀ ਹੈ ਸਵਾਲ, ਆਓ ਦੇਖਦੇ ਹਾਂ। ਪ੍ਰਿਪੇਅਰ ਟੂ ਸਪੀਕ ਫॉर ਐਟ ਲੀਸਟ 30 ਸੈਕਿੰਡ ਅਬਾਊਟ ਦਾ ਕੁਐਸਚਨ ਬਿਲੋ। ਤੁਹਾਨੂੰ ਜਿਹੜਾ ਕੁਐਸਚਨ ਦਿੱਤਾ ਗਿਆ ਇਹਨੂੰ ਤੁਸੀਂ ਪਲੇ ਕਰਕੇ ਸੁਣੋਗੇ, ਤੁਸੀਂ ਇਹਦੇ ਬਾਰੇ 30 ਸੈਕਿੰਡ ਬੋਲਣਾ ਵਾ। ਆਓ ਦੇਖਦੇ ਹਾਂ ਕੀ ਸਵਾਲ ਹੈ। What are the most important things you do every day? ਹੁਣ ਅਸੀਂ ਅਗਲੇ ਟਾਈਪ ਤੇ ਆ, ਟਾਈਪ 10। 10ਵੀਂ ਤਰ੍ਹਾਂ ਦਾ ਇਹ ਸਵਾਲ ਹੈ। 20 ਸੈਕਿੰਡ ਦਾ ਇਹ ਸਵਾਲ ਹੈ। Prepare to speak for at least 30 seconds about the image below. ਤੁਹਾਨੂੰ ਇੱਕ ਫੋਟੋ ਦਿਖ ਰਹੀ ਹੈ, ਇਸ ਫੋਟੋ ਬਾਰੇ ਤੁਸੀਂ 30 ਸੈਕਿੰਡ ਬੋਲਣਾ ਵਾ ਕੁਝ। ਟਾਈਪ 11। 11ਵੀਂ ਤਰ੍ਹਾਂ ਦਾ ਸਵਾਲ। 20 ਸੈਕਿੰਡ ਦਾ ਇਹ ਸਵਾਲ ਹੈ। Prepare to speak for at least 30 seconds about the question below. 30 ਸੈਕਿੰਡ ਤੁਸੀਂ ਬੋਲਣਾ ਹੈ ਜੋ ਸਵਾਲ ਥੱਲੇ ਲਿਖਿਆ ਗਿਆ ਉਹਦੇ ਬਾਰੇ। Talk about different kind of shoes. What kind of shoes do you have? When do you wear them? Which are your most comfortable shoes? ਇਹਨਾਂ ਤਿੰਨਾਂ ਚੀਜ਼ਾਂ ਬਾਰੇ ਤੁਸੀਂ ਬੋਲਣਾ ਵਾ। ਹੁਣ ਅਸੀਂ 12ਵੇਂ ਸੈਸ਼ਨ ਤੇ ਆ। ਇਸ ਸੈਸ਼ਨ ਦੇ ਵਿੱਚ ਤੁਸੀਂ ਆਪ ਦਾ ਵੀਡੀਓ ਰਿਕਾਰਡ ਕਰਨਾ ਵਾ। ਟਾਈਪ 12 ਕੁਐਸਚਨ ਹੈ। 30 ਸੈਕਿੰਡ ਦਾ ਇਹ ਕੁਐਸਚਨ ਹੈ। ਕੀ ਲਿਖਿਆ ਇਸ ਕੁਐਸਚਨ 'ਚ, ਆਜੋ ਪੜ੍ਹਦੇ ਆ। ਚੂਜ਼ ਵਨ ਟੌਪਿਕ ਟੂ ਟਾਕ ਅਬਾਊਟ ਫॉर 1 to 3 minutes. ਤੁਹਾਨੂੰ 2 ਟੌਪਿਕ ਦਿੱਤੇ ਗਏ ਆ, ਤੁਸੀਂ ਇਹਨਾਂ ਚੋਂ ਕੋਈ ਇੱਕ ਟੌਪਿਕ ਚੁੱਕਣਾ ਔਰ 3 ਮਿੰਟ ਉਸ ਟੌਪਿਕ ਬਾਰੇ ਬੋਲਣਾ ਹੈ। ਇਹ ਤੁਹਾਡੀ ਸਪੀਕਿੰਗ ਹੈ। ਟੌਪਿਕ 1, ਟੌਪਿਕ 2। ਟੌਪਿਕ 1, what kind of books do you prefer to read?
fictions or non-fictions. Explain your reasons for your preference. ਤੁਸੀਂ ਕਿੱਦਾਂ ਦੀਆਂ ਕਿਤਾਬਾਂ ਪੜ੍ਹਦੇ ਹੋ ਔਰ ਉਹਦਾ ਰੀਜ਼ਨ ਦਿਓ। ਸੈਕਿੰਡ ਟਾਈਪ ਕੀ ਹੈ, ਟੌਪਿਕ ਕੀ ਹੈ, if you could be an animal for a day, which animal would you choose? What would you want to experience as this animal? What do you think about would be challenging about being this animal? ਇਹਨਾਂ ਦੋਵਾਂ ਚੋਂ ਕੋਈ ਇੱਕ ਟੌਪਿਕ ਤੁਸੀਂ ਚੂਜ਼ ਕਰਕੇ ਉਹਦੇ ਤੇ 3 ਮਿੰਟ ਤੁਸੀਂ ਬੋਲਣਾ ਵਾ। ਨੈਕਸਟ ਟਾਈਪ 13, 13ਵੀਂ ਤਰ੍ਹਾਂ ਦਾ ਇਹ ਸਵਾਲ ਹੈ ਤੁਹਾਡੇ ਸਾਹਮਣੇ। ਇਹ ਲਾਸਟ ਸਵਾਲ ਹੈ ਸਾਡੇ ਟੈਸਟ ਦਾ। ਰਾਈਟ ਫॉर 3 to 5 ਮਿੰਟਸ ਅਬਾਊਟ ਦਾ ਟੌਪਿਕ ਬਿਲੋ। ਇਹ ਰਾਈਟਿੰਗ ਦਾ ਟੈਸਟ ਹੈ ਬੇਸਿਕਲੀ ਤੁਹਾਡਾ। ਚੂਜ਼ ਅ ਟੌਪਿਕ ਟੂ ਰਾਈਟ ਅਬਾਊਟ। 2 ਟੌਪਿਕ ਦਿੱਤੇ ਗਏ ਆ, ਇਹਨਾਂ ਦੋਨਾਂ ਟੌਪਿਕ ਦੇ ਵਿੱਚੋਂ ਕੋਈ ਇੱਕ ਟੌਪਿਕ ਚੂਜ਼ ਕਰਨਾ ਤੁਸੀਂ ਔਰ ਉਸ ਟੌਪਿਕ ਬਾਰੇ ਤੁਸੀਂ 3 ਤੋਂ 5 ਮਿੰਟ ਲਿਖਣਾ ਵਾ। ਇਹ ਤੁਹਾਡਾ ਰਾਈਟਿੰਗ ਦਾ ਟਾਸਕ ਹੈ। ਮੈਨੂੰ ਲੱਗਦਾ ਕਿ ਟੈਸਟ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗਦਾ ਹੋਵੇਗਾ। ਤੁਸੀਂ ਇਹ ਟੈਸਟ ਨੂੰ ਚੰਗੀ ਤਰ੍ਹਾਂ ਗੋ ਥਰੂ ਹੋ ਜਾਓ। ਸਿਮਿਲਰ ਟੈਸਟ ਇਦਾਂ ਦਾ ਹੀ ਟੈਸਟ ਤੁਹਾਡਾ ਹੋਏਗਾ। ਟਾਈਮ ਦਾ ਜ਼ਰੂਰ ਤੁਸੀਂ ਖਿਆਲ ਰੱਖਣਾ। ਜਿਹੜਾ ਕੁਐਸਚਨ ਨਹੀਂ ਸਮਝ ਲੱਗਦਾ ਉਹਨੂੰ ਛੱਡ ਦੇਣਾ ਤੁਸੀਂ। ਇਹ ਟੈਸਟ ਜਿੱਦਾਂ ਹੀ ਤੁਹਾਡਾ ਖਤਮ ਹੋ ਗਿਆ 2 ਦਿਨਾਂ ਦੇ ਵਿੱਚ ਤੁਹਾਨੂੰ ਇਸ ਟੈਸਟ ਦਾ ਰਿਜ਼ਲਟ ਮਿਲ ਜਾਏਗਾ ਔਰ ਉਸ ਟੈਸਟ ਦੇ ਰਿਜ਼ਲਟ ਦੇ ਬੇਸ ਤੇ ਤੁਸੀਂ ਕੈਨੇਡਾ ਦੇ ਕਿਸੇ ਵੀ ਕਾਲਜ ਵਿੱਚ ਅਪਲਾਈ ਕਰ ਸਕਦੇ ਹੋ। ਬਹੁਤ ਸਾਰੇ ਬੱਚਿਆਂ ਨੂੰ ਵਹਿਮ ਹੈ ਕਿ ਇਹ ਕਾਲਜ ਐਕਸੈਪਟਡ ਨਹੀਂ ਹੈਗਾ। ਤੁਸੀਂ ਜਿਸ ਵੀ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਨ ਜਾਣਾ, ਇਹ ਟੈਸਟ ਦੀ ਵੈਬਸਾਈਟ ਤੇ ਜਾਓ, ਉੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਨਾਮ ਲਿਖੇ ਹੋਏ ਆ, ਕਿਹੜੇ ਕਾਲਜ ਔਰ ਯੂਨੀਵਰਸਿਟੀਆਂ ਇਸ ਟੈਸਟ ਨੂੰ ਮਾਨਤਾ ਦਿੰਦੇ ਆ। ਇਹ ਸਾਰੀਆਂ ਚੀਜ਼ਾਂ ਤੁਸੀਂ ਆਪ ਆਨਲਾਈਨ ਚੈੱਕ ਕਰੋ, ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ। ਤੁਸੀਂ ਸਾਡੇ ਕੋਲ ਅਪਲਾਈ ਕਰਨਾ ਚਾਹੁੰਦੇ ਹੋ, ਯੂ ਆਰ ਮੋਰ ਵੈਲਕਮ। ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਨਾਲ ਆਪਣਾ ਈਮੇਲ ਆਈਡੀ ਔਰ ਆਪਣਾ WhatsApp ਦਾ ਨੰਬਰ ਦੇ ਰਹੇ ਹਾਂ। ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ। ਵਿਸ਼ਿਸ਼ ਯੂ ਬੈਸਟ ਆਫ ਲੱਕ। ਹੋਪ ਕਰਾਂਗੇ ਕਿ ਤੁਸੀਂ ਜਲਦੀ ਹੀ ਆਪਣੀਆਂ ਮੰਜ਼ਿਲਾਂ ਤੱਕ ਪਹੁੰਚੋ। ਧੰਨਵਾਦ। Hi, today